ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਨੇੜੇ ਆ ਰਹੀਆਂ ਨੇ ਉਵੇਂ ਹੀ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਵੱਖ-ਵੱਖ ਪਾਰਟੀਆਂ ਦੇ ਵੱਲੋਂ। ਸਭ ਤੋਂ ਜ਼ਿਆਦਾ ਜੇਕਰ ਅਸੀਂ ਗੱਲਬਾਤ ਕਰੀਏ ਚਰਚਾ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਹੋ ਰਹੀ ਹੈ ਕਿ ਆਖਿਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਂ ਫਿਰ ਪਾਰਟੀ ਦੇ ਅੰਦਰ ਜਾਂ ਫਿਰ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਵਿੱਚ ਕੀ ਭੂਮਿਕਾ ਰਹਿਣ ਵਾਲੀ ਹੈ। ਹਾਲਾਂਕਿ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਤਾਂ ਉਦੋਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਕੱਦ ਹੋਵੇਗਾ ਕਾਂਗਰਸ ਦੇ ਵਿੱਚ, ਬਹੁਤ ਵੱਡੀ ਭੂਮਿਕਾ ਹੋਵੇਗੀ ਕਾਂਗਰਸ ਸਰਕਾਰ ਦੇ ਵਿੱਚ। ਪਰ ਹਾਲਾਤ ਇਹੋ ਜਿਹੇ ਬਣ ਗਏ ਕਿ ਉਹਨਾਂ ਨੂੰ ਸਿਰਫ ਇੱਕ ਮਾਮੂਲੀ MLA ਦੇ ਤੌਰ ਤੇ ਹੁਣ ਸਰਕਾਰ ਦੇ ਵਿੱਚ ਵਿਚਰਨਾ ਪੈ ਰਿਹਾ। ਸਰਕਾਰ ਦੀ ਵਜ਼ਾਰਤ ਤੋਂ ਵੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਐਕਟਿਵ ਪੋਲਿਟਿਕਸ ਤੋਂ ਪਾਸੇ ਨੇ ਤਾਂ ਹੁਣ ਜਿਵੇਂ ਹੀ ਵਿਧਾਨ ਸਭਾ ਚੋਣਾਂ ਨੇੜੇ ਆਈਆਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵੱਲੋਂ ਲਾਗੇ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਪਰ MC ਚੋਣਾਂ ਹੋਈਆਂ, MC ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ MC ਜਿੱਤੇ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਜਿੱਤ ਦਰਜ ਕੀਤੀ ਹੈ। ਸਾਡੇ ਨਾਲ ਪ੍ਰੋਫੈਸਰ PS ਭੋਗਲ ਸਾਹਿਬ ਨੇ, ਗੱਲਬਾਤ ਕਰਾਂਗੇ ਭੋਗਲ ਸਾਹਿਬ ਦੇ ਨਾਲ ਕਿ ਸਿਆਸੀ ਭਵਿੱਖ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੇ ਵਿੱਚ ਕਿਹੋ ਜਿਹਾ ਰਹਿਣ ਵਾਲਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਧੰਨਵਾਦ ਸੁਖਵਿੰਦਰ, ਔਰ ਅਸੀਂ ਰੋਜ਼ਾਨਾ ਲੋਕਨਾਥ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਭੋਗਲ ਸਾਹਿਬ, ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਤੇ। ਜਿਸ ਤਰੀਕੇ ਦੇ ਨਾਲ MC ਇਲੈਕਸ਼ਨ ਹੋਏ, MC ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਕਾਂਗਰਸ ਪਾਰਟੀ ਨੇ, ਤਾਂ ਹੁਣ ਇੱਕ ਨਾਰਾ ਚੱਲ ਰਿਹਾ ਹੈ ਵੱਖ-ਵੱਖ MLA ਦੀਆਂ, ਵੱਖ-ਵੱਖ ਵੱਡੇ ਰਾਜਨੀਤਿਕ ਜਿਹੜੇ ਲੀਡਰ ਨੇ ਖਾਸ ਕਰਕੇ ਕਾਂਗਰਸ ਦੇ, ਉਹਨਾਂ ਦੀ DP ਇੱਕੋ ਤਰ੍ਹਾਂ ਦੀ ਹੈ, ਸਲੋਗਨ ਇੱਕੋ ਹੀ ਹੈ, ਕੈਪਟਨ ਫॉर 2022, ਪਰ ਜਿਹਦੀ ਆਈਡੀਆ ਉਹਦੀ ਨਾਲ ਫੋਟੋ ਹੈ। ਤਾਂ ਕਿਵੇਂ ਦੇਖਦੇ ਹੋ, ਨਵਜੋਤ ਸਿੰਘ ਸਿੱਧੂ ਚੁੱਪ ਬੈਠੇ ਸੀ ਕਿ 2022 ਦੇ ਵਿੱਚ 2022 ਤੋਂ ਪਹਿਲਾਂ ਉਹਨਾਂ ਨੂੰ ਕੁਝ ਵੱਡਾ ਅਹੁਦਾ ਮਿਲ ਸਕਦਾ ਹੈ, ਪਰ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਕੈਪਟਨ ਨੂੰ ਰਿਪੀਟ ਕਰਨ ਦੀ ਗੱਲ ਚੱਲ ਰਹੀ ਹੈ, ਕਿਤੇ ਨਾ ਕਿਤੇ ਬਹੁਤ ਕੁਝ ਕਹਿੰਦੀਆਂ ਨੇ ਇਹ ਤਸਵੀਰਾਂ। ਜਿਵੇਂ ਆਪਾਂ ਕਹਿ ਦਿੰਦੇ ਹਾਂ ਤਸਵੀਰਾਂ ਬੋਲਦੀਆਂ ਨੇ, ਤਾਂ ਜਿਹੜੀਆਂ ਹੁਣ ਤਸਵੀਰਾਂ MLA ਦੀਆਂ DPਆਂ ਲੱਗ ਰਹੀਆਂ ਨੇ ਕੈਪਟਨ ਫॉर 22, ਇਹ ਕੀ ਕੁਝ ਬੋਲਦੀਆਂ ਨੇ, ਆਪਾਂ ਆਪਣੇ ਦਰਸ਼ਕਾਂ ਨੂੰ ਸਮਝਾ ਦਈਏ। ਹਾਂ ਸੁਖਵਿੰਦਰ, ਇਸ ਤਰ੍ਹਾਂ ਹੈ ਕਿ ਪਿਛਲੇ 2 ਦਿਨਾਂ ਤੋਂ ਜਦੋਂ ਤੋਂ म्यूनसिपल कमेटियां और लोकल बॉडीज के इलैक्शन अनाउंस हुए है और कांग्रेस की जिहड़ी जित हुई है, उस तो बाद ये नारा सडनली सुनन नूं आया है। अखबारां दे विच मैं इहनूं पढ़िया ते हुण जिस तरह तुसीं दस रहे हो कि WhatsApp दे उत्ते जिहड़े ओह इमेज लगदा जिहनूं DP कहा जांदा, उत्थे भी कांग्रेस दे MLA फेसबुक ते भी लगाया गया। असल च की है कि 2020 दे आखिरी जिहड़ा क्वार्टर सीगा, उस तो ही जिहड़ी राजनीति है वो काफी ज्यादा जिहड़ी अस्पष्ट हुंदी चली गई। किसान अंदोलन का प्रभाव जिहड़ा है वो राजनीति ते है, और खास तौर पे पंजाब की राजनीति, क्योंकि पंजाब दे विचों किसान अंदोलन शुरू होया बड़े जोरां शोरां नाल। सब तो ज्यादा जो मोमेंटम किसी स्टेट दे विच इहदा है तां वो पंजाब है, उस तो बाद हरियाणा तकरीबन बराबर खड़ा है। ते हालात हुण इस तरह के बनते चले गए कि कांग्रेस पार्टी जिहड़ी है वो पंजाब दे विच बिल्कुल इस वेले अनचैलेंज है। मैं ये नहीं कहता कि कांग्रेस की कारगुजारी बहुत वधिया है, कांग्रेस की अपनी कारगुजारी जिहड़ी है एक सरकार के तौर के उत्ते और एक पोलीटिकल पार्टी के उत्ते दोनों ही बेहद निराशाजनक है। क्योंकि कांग्रेस सरकार की जिहड़ी कारगुजारी 2017 तो ऑनवर्ड्स किसी किस्म की भी उसनूं तुसीं जिहड़ा है संतुष्टिजनक नहीं कह सकते। कांग्रेस की कोई अचीवमेंट नहीं है, कोई इत्थे डेवलपमेंट नहीं हुई, कोई किसी किस्म की ग्रोथ नहीं हुई, अनएम्प्लॉयमेंट रेट वधिया हैगा, लॉ एंड ऑर्डर पोजीशन भी उस तरह ही है। रादर मुख्यमंत्री की जिहड़ी एडमिनिस्ट्रेशन है 17-18 उन्होंने अपने एडवाइजर रखे हुए, उन्होंने खर्चा पै रहा है, और सारी की सारी जिहड़ी एडमिनिस्ट्रेशन है एक रिटायर्ड IAS अधिकारी सुरेश कुमार चला रहे हैं, सारा जग जाहिर है। तो लेकिन होया की है कि किसान अंदोलन करके अकाली दल और BJP ये दोवें पार्टियां जिहड़ियां, अकाली दल मुख्य इत्थे पार्टी गिनी जाती है पंजाब दे विच जिहड़ी अक्सर सत्ता बदलदी है कांग्रेस दे नाल, वो बिल्कुल जिहड़ी है हाशिए ते चली गई है, क्योंकि वो BJP की सरकार दे विच भाईवाल सी जिन्हां ने ये कानून बनाया। हुण वो लख कोशिश कर रहे हैं, हरसिमरत कौर बादल भी, सुखबीर बादल भी और दूसरे अकाली लीडर, कि असीं किसानां दे नाल हैं,
ਪਰ ਕਿਸਾਨ ਇਸ ਚੀਜ਼ ਨੂੰ ਨਹੀਂ ਭੁੱਲੇ ਕਿ ਇਹ ਹਮੇਸ਼ਾ ਹੀ ਇਹਨਾਂ ਨੇ ਕਿਸਾਨਾਂ ਦੇ ਹਿੱਤਾਂ ਦਾ ਨਾਰਾ ਜ਼ਰੂਰ ਲਗਾਇਆ, ਲੇਕਿਨ ਕਿਸਾਨਾਂ ਦੇ ਹਿੱਤਾਂ ਲਈ ਇਹਨਾਂ ਨੇ ਵਾਸਤਵਿਕਤਾ 'ਚ ਕੁਛ ਨਹੀਂ ਕੀਤਾ। ਆਪਣੀ ਨਿੱਜੀ ਜਾਇਦਾਦ ਵਧਾਈ, ਆਪਣੇ ਟਰਾਂਸਪੋਰਟ ਬਿਜ਼ਨਸ ਵਧਾਏ ਔਰ ਸਾਰਾ ਕੁਛ ਕੀਤਾ। ਔਰ ਉਸ ਸਭ ਤੋਂ ਉੱਪਰ ਜਿਹੜੀ ਇਸ ਵੇਲੇ ਪ੍ਰੋਬਲਮ ਹੈ ਉਹ ਹੈ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ, ਸੁਖਬੀਰ ਸਿੰਘ ਬਾਦਲ। ਸੁਖਬੀਰ ਸਿੰਘ ਬਾਦਲ ਇੱਕ ਕਾਫੀ ਨਾਅਹਿਲ ਕਿਸਮ ਦੇ ਲੀਡਰ ਜਿਹੜੇ ਹੈ ਉਹ ਸਾਬਤ ਹੋਏ ਨੇ। ਅਨਲਾਈਕ ਹਿਸ ਫਾਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਮਜ਼ਬੂਤ ਔਰ ਬੜੇ ਹੀ ਇਸ ਤਰ੍ਹਾਂ ਦੇ ਲੀਡਰ ਸੀ ਜਿਨ੍ਹਾਂ ਦਾ ਅਕਾਲੀ ਲੋਕਾਂ ਦੇ ਨਾਲ, ਅਕਾਲੀ ਨੇਤਾਵਾਂ ਨਾਲ ਸਿੱਧਾ ਰਾਬਤਾ ਸੀ ਜੀ। ਲੇਕਿਨ ਸਿੰਘ ਬਾਦਲ ਉਸ ਤਰ੍ਹਾਂ ਦਾ ਕੰਮ ਜਿਹੜਾ ਨਹੀਂ ਕਰ ਪਾਏ ਔਰ ਇਸ ਕਰਕੇ ਉਹਨਾਂ ਦੀ ਲੀਡਰਸ਼ਿਪ ਤੇ ਹਮੇਸ਼ਾ ਹੀ ਸਵਾਲ ਚੁੱਕੇ ਜਾਂਦੇ ਨੇ। ਤੋ ਇਸ ਕਰਕੇ ਅਕਾਲੀ ਦਲ ਜਿਹੜਾ ਹੈ ਉਹ ਤਕਰੀਬਨ ਮੁਕਾਬਲੇ ਤੋਂ ਬਾਹਰ ਚਲਾ ਗਿਆ ਇਸ ਤਰ੍ਹਾਂ ਦੇ ਹਾਲਾਤ। ਬੀਜੇਪੀ ਆਪਾਂ ਜਾਣਦੇ ਹਾਂ ਕਿ ਸਭ ਤੋਂ ਜ਼ਿਆਦਾ ਵਿਰੋਧ ਦਾ ਸਾਹਮਣਾ ਪੰਜਾਬ ਬੀਜੇਪੀ ਨੂੰ ਕਰਨਾ ਪੈ ਰਿਹਾ ਔਰ ਇਹ ਲੋਕਲ ਬਾਡੀ ਦੀਆਂ ਜਿਹੜੀਆਂ ਚੋਣਾਂ ਹੈ ਇਹ ਸਾਡੇ ਛੋਟੇ ਟਾਊਨਸ ਔਰ ਸ਼ਹਿਰਾਂ 'ਚ ਹੋਈਆਂ ਔਰ ਇਸ ਕਰਕੇ ਇੱਥੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਵੀ ਉਹਨਾਂ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਠੀਕ ਹੈ ਕਿ ਸੱਤਾ ਕਾਂਗਰਸ ਪਾਰਟੀ ਹੈ ਔਰ ਲੋਕਲ ਬਾਡੀਜ਼ ਇਲੈਕਸ਼ਨ ਹੋਣ ਜਾਂ ਪੰਚਾਇਤ ਇਲੈਕਸ਼ਨ ਹੋਣ ਤਾਂ ਰੂਲਿੰਗ ਪਾਰਟੀ ਨੂੰ ਉਹਦਾ ਹਮੇਸ਼ਾ ਐਡਵਾਂਟੇਜ ਹੁੰਦਾ ਹੈ। ਪਰ ਇਸ ਗਿਵਨ ਸਿਨੈਰੀਓ ਦੇ ਵਿੱਚ ਇਸ ਜਿਹੜਾ ਇੱਕ ਨਕਸ਼ਾ ਉੱਭਰ ਰਿਹਾ ਹੈ ਪੰਜਾਬ ਦੀ ਰਾਜਨੀਤੀ ਦਾ, ਉਹਦੇ 'ਚ ਕਾਂਗਰਸ ਦੀ ਆਪਣੀ ਕਾਰਗੁਜ਼ਾਰੀ ਜਿੰਨੀ ਮਰਜ਼ੀ ਮਾੜੀ ਰਹੀ ਹੋਵੇ ਬਤੌਰ ਹੈਸੀਅਤ ਸਰਕਾਰ, ਲੇਕਿਨ ਫਿਰ ਵੀ ਇਸ ਵੇਲੇ ਉਹਨਾਂ ਦੇ ਜਿਹੜੇ ਚਾਂਸਸ ਹੈ ਪੋਲੀਟੀਕਲ ਚਾਂਸਸ ਉਹ ਦੂਜਿਆਂ ਨਾਲੋਂ ਵਧੀਆ ਹੈਗੇ ਆ। ਔਰ ਕੈਪਟਨ ਕਿਤੇ ਨਾ ਕਿਤੇ ਅੰਦਰਗਤੀ ਕੇਂਦਰ ਦੀ ਬੀਜੇਪੀ ਸਰਕਾਰ ਦਾ ਵੀ ਸਮਰਥਨ ਹੈ, ਕਿਉਂਕਿ ਇੱਕ ਕਾਂਗਰਸ ਦੇ ਵਿੱਚ ਵੀ ਇਹ ਚੀਜ਼ ਹੌਲੀ ਹੌਲੀ ਸਾਹਮਣੇ ਆਉਂਦੀ ਜਾ ਰਹੀ ਹੈ ਕਿ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ, ਹਾਲਾਂਕਿ ਉਹ ਬਹੁਤ ਕਮਜ਼ੋਰ ਹੋ ਚੁੱਕੀ ਹੈ, ਉਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਕੋਈ ਚਿਹਰਾ ਬਦਲਿਆ ਜਾਵੇ। ਤਾਂ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਦੀ ਇਹ ਅੰਦਰੋਂ ਗਤੀ ਉਹਨਾਂ ਦੀ ਖਾਹਿਸ਼ ਇਹ ਸੀਗੀ ਕਿ ਕਾਂਗਰਸ ਨੂੰ ਇੱਕ ਨਵੇਂ ਚਿਹਰੇ ਦੇ ਨਾਲ ਦੁਬਾਰਾ ਚੋਣ ਮੈਦਾਨ 'ਚ ਉਤਾਰਿਆ ਜਾਵੇ 2022 ਦੀਆਂ ਇਲੈਕਸ਼ਨ ਦੇ ਵਿੱਚ। ਪਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਇੰਨੀ ਕਮਜ਼ੋਰ ਹੈ ਕਿ ਉਹ ਪੰਜਾਬ ਦੇ ਉੱਤੇ ਜਿਹੜਾ ਹੈ ਆਪਣੀ ਇੱਛਾ ਜਿਹੜੀ ਹੈ, ਜਿਸ ਤਰ੍ਹਾਂ ਪਹਿਲਾਂ ਕਿਸੇ ਵੇਲੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੀ ਜਿਹੜੀ ਪੂਰੀ ਕਮਾਂਡ ਚੱਲਦੀ ਸੀ ਉਹ ਬਿਲਕੁਲ ਨਹੀਂ ਚੱਲ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਉਹ ਬਿਲਕੁਲ ਵੀ ਕੇਂਦਰੀ ਕਾਂਗਰਸ ਲੀਡਰਸ਼ਿਪ ਨੂੰ ਰਾਹ ਦੇਣ ਨੂੰ ਤਿਆਰ ਨਹੀਂ ਹੈ। ਸੋ ਇਸ ਕਰਕੇ ਉਹਨਾਂ ਤੇ ਹਾਵੀ ਹੁੰਦੇ ਨੇ ਸਗੋਂ ਦੀ ਕੈਪਟਨ ਅਮਰਿੰਦਰ ਸਿੰਘ। ਹਾਂਜੀ। ਸੋ ਉਹਨਾਂ ਨੇ ਇਸ ਹਾਲਾਤ ਦਾ ਫਾਇਦਾ ਉਠਾ ਕੇ ਉਹਨਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜਿਹੜਾ ਹੈ ਕਾਂਗਰਸ ਦਾ ਚਿਹਰਾ ਰੀਲਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 22 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਉਸ ਬਣੇਗੀ। ਇਸ ਗੱਲ ਦੀ ਉਹਨਾਂ ਨੇ ਜਿਹੜੀ ਹੈ ਘੋਸ਼ਣਾ ਕੀਤੀ ਹੈ। ਪਿੱਛੇ ਜੇ ਮੈਂ ਅਖਬਾਰਾਂ 'ਚ ਵੀ ਪੜ੍ਹਿਆ ਸੀ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਕਾਫੀ ਜ਼ਿਆਦਾ ਆਪਣੀ ਸਿਹਤ ਦਾ ਧਿਆਨ ਕਰ ਰਹੇ ਆ, ਉਹਨਾਂ ਦਾ ਭਾਰ ਘਟਿਆ, ਕੋਈ ਉਹਨਾਂ ਦੀ ਡਾਈਟ ਜਿਹੜੀ ਹੈ ਉਹ ਵੀ ਕੰਟਰੋਲ ਕੀਤੀ ਗਈ ਤਾਂ ਕਿ ਉਹ ਜਿਹੜਾ ਪਿੱਛੇ ਉਹਨਾਂ ਦਾ ਇੱਕ ਇਮੇਜ ਬਣ ਗਿਆ ਸੀ ਕਿ ਉਹ ਨਿਕਲਦੇ ਹੀ ਨਹੀਂ ਬਾਹਰ ਜਾਂ ਢਿੱਲੇ ਮੱਠੇ ਰਹਿੰਦੇ ਨੇ ਜਾਂ ਉਹਨਾਂ ਦੀ ਜਿਹੜੀ ਸਿਹਤ ਦੇ ਬਾਰੇ ਅਫਵਾਹਾਂ ਫੈਲੀਆਂ ਸੀ ਉਹਨਾਂ ਨੂੰ ਜਿਹੜਾ ਹੈ ਉਹ ਸ਼ਾਂਤ ਕੀਤਾ ਜਾ ਸਕੇ ਔਰ ਲੋਕਾਂ ਦੇ ਸਾਹਮਣੇ ਇੱਕ ਚੁਸਤ ਦਰੁਸਤ ਜਿਹੜਾ ਹੈ ਮੁੱਖ ਮੰਤਰੀ ਉਹ ਪੇਸ਼ ਕੀਤਾ ਜਾ ਸਕੇ। ਸੋ ਇਹ ਸਾਰੀ ਕਵਾਇਦ ਜਿਹੜੀ ਹੈਗੀ ਹੈ ਉਸੇ ਚੀਜ਼ ਨੂੰ ਲੈ ਕੇ ਹੋ ਰਹੀ ਹੈ। ਸੋ ਉਸੇ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਪ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ 2022 ਦੇ ਵਿੱਚ ਕਿਸੇ ਵੀ ਨਵੇਂ ਚਿਹਰੇ ਨੂੰ ਰਾਹ ਦੇਣ ਨੂੰ ਤਿਆਰ ਨਹੀਂ ਨੇ। ਅਗਲੀ ਇਲੈਕਸ਼ਨ ਉਹ ਖੁਦ ਹੀ ਲੜਨ ਨੂੰ ਤਿਆਰ ਹੈ ਤੇ ਸੀਐਮ ਦਾ ਚਿਹਰਾ ਵੀ ਖੁਦ ਬਣਨ ਨੂੰ ਤਿਆਰ ਹੈ। ਤਾਂ ਫਿਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਚੁੱਪ ਬੈਠੇ ਸੀ ਵੀ ਮੈਨੂੰ ਕੁਝ ਨਾ ਕੁਝ ਮਿਲੂਗਾ, ਉਹਨਾਂ ਨੇ ਬਥੇਰਾ ਚੁੱਪ ਬੱਟੀ ਰੱਖੀ ਵੀ ਚਲੋ ਐਤਕੀ ਕੈਪਟਨ ਸਾਹਿਬ ਟਰਨ ਜੇ ਲੈ ਕੇ ਬੈਠੇ ਆ ਤਾਂ ਬੈਠੇ ਰਹਿਣ ਦਿਓ ਕਿ ਆਉਣ ਵਾਲਾ ਸਮਾਂ ਤਾਂ ਮੇਰਾ ਹੀ ਹੈ, ਜਿਵੇਂ ਕਹਿੰਦੇ ਆ ਵੀ ਆਉਣ ਵਾਲਾ ਸਮਾਂ ਤੇਰੇ ਬਾਈ ਦਾ। ਤਾਂ 22 ਦੇ ਵਿੱਚ ਸਿੱਧੂ ਬਾਈ ਦਾ ਫਿਰ ਸਮਾਂ ਨਹੀਂ ਆਉਂਦਾ। ਸੁਖਵਿੰਦਰ, ਇਸ ਤਰ੍ਹਾਂ ਹੈ ਕਿ ਜਦੋਂ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ 2017 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਦੇ ਵੇਲੇ, ਉਦੋਂ ਸ਼ਾਇਦ ਇਹ ਸਪਸ਼ਟ ਨਹੀਂ ਕਿਹਾ ਜਾ ਸਕਦਾ ਲੇਕਿਨ ਲੱਗਦਾ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਕਾਂਗਰਸ ਲਿਆਂਦਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਦਾ ਜਿਹੜਾ ਹੈ ਪੰਜਾਬ ਦਾ ਨੇਤਾ ਜਿਹੜਾ ਹੈ ਉਹ ਪ੍ਰੋਜੈਕਟ ਕੀਤਾ ਜਾਏਗਾ। ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਸਿੱਧੂ ਜਿਹੜੇ ਹੈ ਉਹਨਾਂ ਦੀ ਜਿਹੜੀ ਸਾਰੀ ਰਾਜਨੀਤੀ ਹੈ ਪੰਜਾਬ ਦੇ ਵਿੱਚ ਉਹ ਕੇਂਦਰੀ ਲੀਡਰਸ਼ਿਪ ਦੇ ਮੋਢਿਆਂ ਦੇ ਉੱਤੇ ਉਹ ਰਾਜਨੀਤੀ ਕਰਨੀ ਚਾਹੁੰਦੇ ਹੈ। ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਤਕਰੀਬਨ 4 ਸਾਲ ਦੇ ਵਿੱਚ ਸਿੱਧੂ ਨੇ ਪੰਜਾਬ ਕਾਂਗਰਸ ਦੇ ਵਿੱਚ ਆਪਣਾ ਕੋਈ ਧੜਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੁਝ ਲੋਕਾਂ ਨਾਲ ਉਹ ਜੁੜੇ ਨਹੀਂ, ਬਲਕਿ ਪਿਛਲੇ 2 ਸਾਲ ਤੋਂ ਉਹ ਆਪਣੀ ਕੰਸਟੀਚੁਐਂਸੀ ਦੇ ਵਿੱਚ ਵੀ ਜਿਹੜਾ ਹੈ ਉਹ ਚੁੱਪ ਰਹੇ ਨੇ, ਬੋਲੇ ਨਹੀਂ। ਖਾਸ ਤੌਰ ਤੇ ਸਿਰਫ ਜਿਹੜਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਵੇਲੇ ਉਹਨਾਂ ਦਾ ਜ਼ਰੂਰ ਚੜ ਮਚੀ ਸੀ, ਉਹਨਾਂ ਨੇ ਉੱਥੇ ਜਾ ਕੇ ਭਾਸ਼ਣ ਦਿੱਤਾ ਔਰ ਉਹਨਾਂ ਦੇ ਸਿਹਰਾ ਵੀ ਵੱਜਾ, ਲੇਕਿਨ ਸਿੱਧੂ ਉਸ ਮੋਮੈਂਟਮ ਨੂੰ ਮੇਨਟੇਨ ਰੱਖਣ 'ਚ ਕਾਮਯਾਬ ਹੀ ਨਹੀਂ ਰਹੇ। ਐਸਾ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਅਸੰਤੁਸ਼ਟ ਧੜੇ ਨਹੀਂ ਹੈ। ਸਰਦਾਰ ਪ੍ਰਤਾਪ ਸਿੰਘ ਬਾਜਵਾ ਕਾਫੀ ਨਾਰਾਜ਼ ਬੈਠੇ ਨੇ, ਸ਼ਮਸ਼ੇਰ ਸਿੰਘ ਦੂਲੋ ਨਾਰਾਜ਼ ਬੈਠੇ ਨੇ, ਕੁਝ ਹੋਰ ਵੀ ਲੀਡਰ ਨਾਰਾਜ਼ ਬੈਠੇ ਨੇ। ਸਿੱਧੂ ਸਾਹਿਬ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਨਾਂ ਨੇਤਾਵਾਂ ਨੂੰ ਨਾਲ ਲੈ ਕੇ ਜਿਹੜਾ ਹੈ ਚੱਲਿਆ ਜਾਵੇ ਤੇ ਕੈਪਟਨ ਦੇ ਖਿਲਾਫ ਜਿਹੜਾ ਹੈ ਕਾਂਗਰਸ ਦੇ ਵਿੱਚ ਕੋਈ ਸੁਰ ਜਿਹੜਾ ਹੈ ਉਭਾਰਿਆ ਜਾਵੇ, ਜਿਸ ਨਾਲ ਕੇਂਦਰੀ ਲੀਡਰਸ਼ਿਪ ਨੂੰ ਵੀ ਇਹ ਕੋਈ ਬਲ ਮਿਲੇ ਕਿ ਉਹ ਕੈਪਟਨ ਨੂੰ ਇਹ ਕਹਿ ਸਕਣ ਕਿ ਦੇਖੋ ਤੁਹਾਡਾ ਵਿਰੋਧ ਹੋ ਰਿਹਾ
ਤੇ ਤੁਸੀਂ ਜਿਹੜੇ ਹੁਣ ਪਿੱਛੇ ਹਟ ਜਾਓ ਤੇ ਨਵੀਂ ਲੀਡਰਸ਼ਿਪ ਚਿਹਰੇ ਨੂੰ ਜਿਹੜਾ ਹੈ ਮੌਕਾ ਦਿਓ। ਨਵਜੋਤ ਸਿੰਘ ਸਿੱਧੂ ਜਿਹੜਾ ਹੈ ਬਿਲਕੁਲ ਹੀ ਮਤਲਬ ਮੈਨੂੰ ਹੈਰਾਨੀ ਹੈ ਕਿ ਉਹ ਕਿਸ ਤਰ੍ਹਾਂ ਦੀ ਸਿਆਸਤ ਸੋਚਦੇ ਨੇ। ਉਹ ਸਿਰਫ ਜਿਹੜਾ ਹੈ ਸ਼ਾਇਦ ਇਹ ਸੋਚਦੇ ਨੇ ਕਿ ਕਿਉਂਕਿ ਉਹ ਕ੍ਰਿਕਟ ਦੇ ਹੀਰੋ ਨੇ, ਜਿਹੜੀ ਹੈ ਸਕਰੀਨ ਦੇ ਹੀਰੋ ਨੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਉਣਗੇ ਤੇ ਲੋਕ ਜਿਹੜੇ ਹੈ ਆਪ ਮੁਹਾਰੇ ਉਹਨਾਂ ਨਾਲ ਤੁਰ ਪੈਣਗੇ। ਇਹ ਠੀਕ ਹੈ ਕਿ ਸ਼ਾਇਦ ਇਲੈਕਸ਼ਨ ਦੇ ਵਿੱਚ ਥੋੜੀ ਬਹੁਤ ਉਹਨਾਂ ਦੀ ਇਸ ਤਰ੍ਹਾਂ ਦੀ ਅਪੀਲ ਹੋਵੇ, ਲੇਕਿਨ ਪਾਰਟੀ ਦੇ ਵਿੱਚ ਜਿਹੜੀ ਸੱਤਾ ਸੰਘਰਸ਼ ਹੈ ਉਸ ਨੂੰ ਨਿਪਟਣ ਲਈ ਉਹਨਾਂ ਨੂੰ ਜਿਹੜੀ ਅਸਲੀ ਰਾਜਨੀਤੀ ਹੈ ਉਸ ਦੇ ਵਿੱਚ ਉਤਰਨਾ ਪੈਣਾ ਹੈ। ਔਰ ਕਾਂਗਰਸ ਦੇ ਜਿਹੜੇ ਅਸੰਤੁਸ਼ਟ ਲੋਕ ਹੋਰ ਬੈਠੇ ਨੇ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਪੈਣਾ ਹੈ। ਉਹਨਾਂ ਨੂੰ ਜਿਹੜਾ ਹੈ ਮੈਦਾਨ ਦੇ ਵਿੱਚ ਕੁੱਦਣਾ ਪੈਣਾ ਹੈ। ਚੁੱਪ ਰਹਿ ਕੇ ਜਾਂ ਅੰਮ੍ਰਿਤਸਰ ਵਿੱਚ ਜਾਂ ਕਿਤੇ ਹੋਰ ਆਪਣਾ ਜਿਹੜਾ ਅਗਿਆਤਵਾਸ 'ਚ ਬੈਠ ਕੇ ਜਾਂ ਸਿਰਫ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਦੇ ਸਹਾਰੇ ਹੀ ਉਹ ਰਾਜਨੀਤੀ ਨਹੀਂ ਚੱਲ ਸਕੇਗੀ। ਉਹਨਾਂ ਨੂੰ ਪੰਜਾਬ ਕਾਂਗਰਸ ਦੇ ਵਿੱਚ ਬੜੀ ਹੀ ਤਿਆਰੀ ਨਾਲ ਉਤਰਨਾ ਪੈਣਾ ਔਰ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ, ਜੋ ਕਿ ਉਹ ਹਾਲੇ ਤੱਕ ਵੀ ਨਹੀਂ ਕਰ ਰਹੇ। ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਸਿਆਸਤ ਦੇ ਵਿੱਚ ਕਰ ਕੀ ਰਹੇ ਨੇ। ਸੋ ਇਸ ਕਰਕੇ ਸਿੱਧੂ ਦਾ ਜਿਹੜਾ ਪ੍ਰੋਫਾਈਲ ਹੈ ਇਸ ਵੇਲੇ ਅਗਲੇ ਲੀਡਰਸ਼ਿਪ ਦੇ ਤੌਰ ਦੇ ਉੱਤੇ ਉਹ ਕਾਫੀ ਧੁੰਦਲਾ ਹੈ। ਮੈਨੂੰ ਨਹੀਂ ਲੱਗਦਾ ਕਿ ਸਿੱਧੂ ਉਸ ਤਰ੍ਹਾਂ ਕਰ ਪਾਉਣਗੇ। ਤੁਸੀਂ ਦੇਖਿਆ ਹੋਣਾ ਸਾਡੇ ਦਰਸ਼ਕਾਂ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਤੋਂ ਕੋਈ ਚਰਚਾ ਚੱਲੀ ਸੀ। ਪੰਜਾਬ ਦੇ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ, ਉਹ ਸਪੈਸ਼ਲ ਇੱਕ ਦਿਨ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਆਏ। ਕੋਈ 3-4 ਦਿਨ ਪਹਿਲਾਂ ਉਹਨਾਂ ਨੇ ਚੀਫ ਮਿਨਿਸਟਰ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਕਿ ਸਿੱਧੂ ਨੂੰ ਜਿਹੜਾ ਹੈ ਕਿਸੇ ਤਰੀਕੇ ਨਾਲ ਪਾਰਟੀ ਦੇ ਵਿੱਚ ਜਿਹੜਾ ਹੈ ਦੁਬਾਰਾ ਤੋਂ ਲਿਆਂਦਾ ਜਾ ਸਕੇ ਸਰਕਾਰ ਦੇ ਵਿੱਚ। ਲੇਕਿਨ ਉਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ, ਬਲਕਿ ਉਸ ਮੀਟਿੰਗ ਤੋਂ ਬਾਅਦ ਹੀ ਕੈਪਟਨ ਨੇ ਜਿਹੜਾ ਹੈ 2022 ਦੀਆਂ ਚੋਣਾਂ ਵਿੱਚ ਆਪਣੇ ਚਿਹਰੇ ਨੂੰ ਦੁਬਾਰਾ ਤੋਂ ਲਾਂਚ ਕੀਤਾ। ਯਾਨੀ ਜੋ ਕੁਝ ਹਰੀਸ਼ ਰਾਵਤ ਉਹਨਾਂ ਨੂੰ ਸੋਨੀਆ ਗਾਂਧੀ ਦਾ ਸੁਨੇਹਾ ਲੈ ਕੇ ਆਏ, ਕੈਪਟਨ ਨੇ ਇੱਕ ਤਰੀਕੇ ਨਾਲ ਉਸ ਨੂੰ ਰਿਬਫ ਕੀਤਾ, ਅੰਗਰੇਜ਼ੀ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ। ਉਸ ਦਾ ਜਵਾਬ ਦਿੱਤਾ ਕਿ ਨਹੀਂ, ਮੈਂ ਹੈਗਾ ਤੇ ਮੈਂ ਹੀ ਇੱਥੇ ਜਿਹੜਾ ਹੈ ਨੇਤਾ ਰਹੂੰਗਾ। ਸੋ ਸਿੱਧੂ ਦਾ ਜਿਹੜਾ ਕੋਈ ਮਾੜੀ ਮੋਟੀ ਉਮੀਦ ਸੀ ਕਾਂਗਰਸ ਦਾ ਪ੍ਰਧਾਨ ਬਣਨ ਦੀ ਜਾਂ ਡਿਪਟੀ ਮੁੱਖ ਮੰਤਰੀ ਬਣਨ ਦੀ, ਉਹ ਬਿਲਕੁਲ ਜਿਹੜੀ ਹੈ ਖਤਮ ਹੋ ਗਈ ਹੈ ਇਸ ਨਾਰੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ। ਐਮਸੀ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ, ਖਾਸ ਕਰਕੇ ਕਾਂਗਰਸ ਨੂੰ, ਇਹ ਯਕੀਨ ਹੋ ਗਿਆ ਕਿ ਅਸੀਂ ਸਿੱਧੂ ਤੋਂ ਬਿਨਾਂ ਜਿੱਤ ਜਾਾਂਗੇ, ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਿੱਧੂ ਤੋਂ ਬਿਨਾਂ ਕਾਂਗਰਸ ਦੀ ਵੱਡੀ ਜਿੱਤ। ਇਹ ਗੱਲਾਂ ਕਹੀਆਂ ਜਾਣ ਵਾਲੀਆਂ ਆਪਾਂ ਆਮ ਤੌਰ ਤੇ ਸੁਣਦੇ ਹਾਂ, ਤਾਂ ਹੁਣ ਲਗਾਤਾਰ ਇਹੀ ਗੱਲ ਸਾਹਮਣੇ ਆਈ। ਜੇ ਆਪਾਂ ਸੋਚੀਏ, ਐਨਾਲਿਸਿਸ ਕਰੀਏ ਕਿ ਹੁਣ ਯਕੀਨ ਹੋ ਗਿਆ ਕਾਂਗਰਸ ਨੂੰ 2022 ਅਸੀਂ ਸਿੱਧੂ ਤੋਂ ਬਿਨਾਂ ਜਿੱਤ ਸਕਦੇ ਹਾਂ। ਮੈਂ ਇਸ ਗੱਲ ਨਾਲ, ਕਾਂਗਰਸ ਦੀ ਇਸ ਕਲੇਮ ਨਾਲ ਸਹਿਮਤ ਨਹੀਂ ਕਿ ਐਮਸੀ ਇਲੈਕਸ਼ਨ ਜਿਹੜੇ ਹੈ ਉਹਨਾਂ ਨੇ ਜਿੱਤੇ ਨੇ। ਉਹ ਇੱਕ ਖਾਸ ਕਿਸਮ ਦੇ ਹਾਲਾਤ ਬਣੇ ਹੋਏ ਆ ਜਿਸ ਕਰਕੇ ਕਾਂਗਰਸ ਨੂੰ, ਕਿਉਂਕਿ ਕਾਂਗਰਸ ਸੱਤਾਧਾਰੀ ਪਾਰਟੀ ਹੈ, ਸੱਤਾ ਦੀ ਮਸ਼ੀਨਰੀ ਦਾ ਦੱਬ ਕੇ ਦੁਰਉਪਯੋਗ ਵੀ ਹੋਇਆ, ਖਬਰਾਂ ਵੀ ਮਿਲਦੀਆਂ ਰਹੀਆਂ, ਥਾਂ ਤੋਂ ਆਈਆਂ, ਤੇ ਜਿਹੜਾ ਹੈ ਬਿਊਰੋਕ੍ਰੇਸੀ ਦਾ ਉਪਯੋਗ ਕਰਕੇ ਬਹੁਤ ਸਾਰੇ ਕਾਗਜ਼ ਰੱਦ ਕਰਾਏ ਗਏ, ਬੜਾ ਕੁਝ ਹੋਇਆ। ਸੋ ਜੇ ਕੋਈ ਪਾਰਟੀ, ਰੂਲਿੰਗ ਪਾਰਟੀ ਖਾਸ ਤੌਰ ਤੇ ਕਾਂਗਰਸ, ਇਹ ਸੋਚਦੀ ਹੈ ਕਿ ਕਿਉਂਕਿ ਐਮਸੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ ਇਹਦੇ ਬਿਨਾਂ ਦੇ ਉੱਤੇ ਉਹ 2022 ਦੇ ਇਲੈਕਸ਼ਨ ਦੀ ਜਿਹੜੀ ਆਪਣੇ ਸੰਭਾਵਨਾਵਾਂ ਨੂੰ ਜਿਹੜਾ ਹੈ ਉਹ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਉਹ ਸਹੀ ਨਹੀਂ ਕਰ ਰਹੇ ਹੋਣਗੇ। ਮੈਂ ਫਿਰ ਤੋਂ ਕਹਾਂਗਾ ਕਿ ਨੋ ਡਾਊਟ ਮੌਜੂਦਾ ਹਾਲਾਤ ਕਰਕੇ ਕਾਂਗਰਸ ਨੂੰ ਜਿਹੜਾ ਹੈ ਐਡਵਾਂਟੇਜ ਹੈ, ਕਿਉਂਕਿ ਦੂਜੇ ਪਾਸੇ ਖਿਲਾ ਹੈ। ਇਸ ਕਰਕੇ ਨਹੀਂ ਕਿ ਕਾਂਗਰਸ ਔਰ ਸਰਕਾਰ ਔਰ ਜਿਹੜੀ ਇਹ ਪਾਰਟੀ ਹੈ ਇਹ ਬਹੁਤ ਵਧੀਆ ਹੈ, ਪਰ ਕਿਉਂਕਿ ਦੂਸਰੇ ਪਾਸੇ ਇਸ ਤੋਂ ਵੀ ਜ਼ਿਆਦਾ ਹਾਲਤ ਖਰਾਬ ਨੇ, ਇਸ ਕਰਕੇ ਉਹਨਾਂ ਦੇ ਮੌਕੇ ਹੈਗੇ ਆ। ਪਰ ਜੇ ਉਹਨਾਂ ਦੀ ਜਿਹੜਾ ਹੈ ਅੰਦਰੂਨੀ ਫੁੱਟ ਜਿਹੜੀ ਹੈ ਉਸ ਨੂੰ ਸੰਭਾਲ ਲਿਆ ਜਾਵੇ ਤਾਂ ਕੁਝ ਹੋਰ ਵਧੀਆ ਹੋ ਸਕਦਾ ਹੈ। ਜੇ ਚਿਹਰਾ ਕਾਂਗਰਸ ਦਾ ਜਿਹੜਾ ਹੈ ਇਲੈਕਟੋਰਲ ਫੇਸ ਬਦਲਤਾ ਜਾਵੇ, ਕੋਈ ਜ਼ਿਆਦਾ ਐਕਸੈਪਟੇਬਲ ਇਲੈਕਟੋਰਲ ਫੇਸ ਹੋ ਜਾਵੇ ਤਾਂ ਹੋਰ ਵਧੀਆ ਹੋ ਸਕਦਾ ਹੈ। ਕਿਉਂਕਿ ਕੈਪਟਨ ਸਰਕਾਰ ਜਿਹੜੀ ਹੈ ਉਸ ਦੀ ਨਾ ਅਹਿਲੀ ਦੇ ਉੱਤੇ ਲੋਕ ਆਪਣਾ ਜਿਹੜਾ ਹੈ ਪ੍ਰਤੀਕਰਮ ਦੇਣਗੇ ਇਲੈਕਸ਼ਨਾਂ ਦੇ ਵਿੱਚ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪਿਛਲੇ 4 ਸਾਲ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਜਿਹੜੀ ਹੈ ਨਹੀਂ ਹੋਈ, ਕੋਈ ਉਦਯੋਗ ਨਹੀਂ ਲੱਗੇ, ਕੋਈ ਨਵੀਂ ਸੰਸਥਾ ਨਹੀਂ ਬਣੀ, ਕੋਈ ਅਨਐਮਪਲੋਇਮੈਂਟ ਨਹੀਂ ਜਿਹੜੀ ਇੰਪਰੂਵ ਹੋਈ। ਪੰਜਾਬ ਦੀ ਆਰਥਿਕ ਹਾਲਤ ਜਿਹੜੇ ਹੈ ਉਸੇ ਤਰੀਕੇ ਨਾਲ ਜਿਹੜੇ ਹੈ ਉਹ ਸਫਰ ਕਰ ਰਿਹਾ ਹੈ, ਬਲਕਿ ਕਈ ਕਿਸਮ ਦੇ ਸਕੈਂਡਲ ਹੋਏ। ਕਦੇ ਸ਼ਰਾਬ ਜਿਹੜਾ ਹੈ ਨਜਾਇਜ਼ ਸ਼ਰਾਬ ਦਾ ਸਕੈਂਡਲ ਹੋਇਆ, ਕਦੇ ਰੇਤਾ ਤੇ ਸੈਂਡ ਮਾਫੀਆ ਦਾ ਅਕਸਰ ਹੀ ਜਿਹੜਾ ਹੈ ਉਹ ਚੱਲਦਾ ਰਹਿੰਦਾ, ਹੋਰ ਬੜਾ ਕੁਝ ਜਿਹੜਾ ਹੈ ਇਸ ਤਰ੍ਹਾਂ ਦਾ ਹੋਇਆ। ਯਾਨੀ ਕੋਈ ਜਿਹੜੀ ਪੋਜ਼ਿਟਿਵ ਡਿਵੈਲਪਮੈਂਟ ਜਿਹੜੀ ਹੈ ਉਹ ਅਸੀਂ ਕੋਈ ਇਸ ਸਰਕਾਰ ਦੇ ਖਾਤੇ 'ਚ ਨਹੀਂ ਦੇ ਸਕਦੇ। ਤੇ ਇਸ ਕਰਕੇ ਕਾਂਗਰਸ ਸਰਕਾਰ ਇਹ ਮਤ ਸੋਚੇ ਕਿ ਉਹਨਾਂ ਨੂੰ ਕੋਈ ਚੈਲੰਜ ਨਹੀਂ ਹੈ, ਇਹ ਸਾਰੇ ਚੈਲੰਜ ਹੈ, ਲੇਕਿਨ ਰਾਜਨੀਤਿਕ ਹਾਲਾਤ ਐਸੇ ਬਣੇ ਹੋਏ ਹੈ ਕਿ ਉਹ ਇਕੱਲੇ ਹੀ ਮੈਦਾਨ ਵਿੱਚ ਰਹਿ ਗਏ ਨੇ। ਤੇ ਜੇ ਇਸ ਚੀਜ਼ ਨੂੰ ਸੰਭਾਲਣ ਤੇ ਆਪਣਾ ਘਰ ਥੋੜਾ ਹੋਰ ਠੀਕ ਕਰਨ ਤੇ ਉਹਨਾਂ ਦੇ ਬਹੁਤ ਵਧੀਆ ਚੁਣਾਵੀ ਨਤੀਜੇ ਹੋ ਸਕਦੇ ਆ। ਤਾਂ ਭੁੱਗੜ ਸਾਹਿਬ, ਫਿਰ ਸਿੱਧੂ ਦਾ ਸਿਆਸੀ ਭਵਿੱਖ ਹੋਵੇਗਾ ਕੀ ਜੇਕਰ ਕਾਂਗਰਸ ਦੇ ਵਿੱਚ ਉਹਨਾਂ ਦੀ ਦਾਲ ਨਹੀਂ ਗਲੇਗੀ? ਤਾਂ ਸਿੱਧੂ ਫਿਰ ਕਾਮਯਾਬ ਕਿਸ ਤਰੀਕੇ ਦੇ ਨਾਲ ਹੋ ਪਾਉਣਗੇ? ਜਿਹੜੀਆਂ ਉਹਨਾਂ ਦੀਆਂ ਆਸ਼ਾਵਾਂ ਸੀ, ਉਹ ਆਸ਼ਾਵਾਂ ਨੂੰ ਪੂਰੇ ਕਰਨ ਦੇ ਲਈ 3 ਸਾਲ ਉਹ ਚੁੱਪ ਬੈਠੇ ਰਹੇ ਨੇ। ਜੇਕਰ ਫਿਰ ਵੀ ਉਹਨਾਂ ਨੂੰ ਫਲ ਨਾ ਮਿਲਿਆ ਤਾਂ ਫਿਰ ਉਹ ਆਸ਼ਾਵਾਂ ਸਿੱਧੂ ਦੀਆਂ ਪੂਰੀਆਂ ਹੋਣਗੀਆਂ ਕਿਵੇਂ? ਮੈਂ ਨਹੀਂ ਕਹਿ ਸਕਦਾ ਕਿ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ, ਪਰ ਮੈਨੂੰ ਸਿੱਧੂ ਦੀ ਜਿਹੜੀ ਰਾਜਨੀਤੀ ਕਰਨ ਦੀ ਜਿਹੜੀ ਉਹਦੀ ਕਾਰਜਸ਼ੈਲੀ ਹੈ ਉਸ ਤੇ ਬੜਾ ਇਤਰਾਜ਼ ਹੈ ਹਮੇਸ਼ਾ ਹੀ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਪੋਲਿਟਿਕਸ ਦੇ ਵਿੱਚ ਆਏ ਹੀ ਕਿਉਂ, ਜੇ ਉਹ
ਪੋਲਿਟਿਕਸ ਨੂੰ, ਸਿਆਸਤ ਵਾਂਗ ਨਹੀਂ ਕਰਨਾ ਜਾਣਦੇ ਜਾਂ ਨਹੀਂ ਕਰਨਾ ਚਾਹੁੰਦੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 4 ਸਾਲ ਤੋਂ ਉਹ ਕਾਂਗਰਸ ਪਾਰਟੀ 'ਚ ਹੈ। ਕਾਂਗਰਸ ਪਾਰਟੀ ਵਿੱਚ ਹੋਰ ਵੀ ਲੋਕ ਬਾਹਰੋਂ ਆਏ ਸੀ, ਮਨਪ੍ਰੀਤ ਬਾਦਲ ਆਪਣੀ ਪਾਰਟੀ ਛੱਡ ਕੇ ਆਏ ਸੀਗੇ, ਹੋਰ ਲੋਕ ਵੀ ਆਏ ਸੀ। ਉਹਨਾਂ ਨੇ ਆ ਕੇ ਕਾਂਗਰਸ ਦੇ ਵਿੱਚ ਆਪਣੀ ਜਿਹੜੀ ਹੈ ਯਾਰੀਆਂ ਦੋਸਤੀਆਂ ਬਣਾਈਆਂ, ਕੁਝ ਲੋਕਾਂ ਦਾ ਸਮਰਥਨ ਮਿਲਿਆ ਉਹਨਾਂ ਨੂੰ, ਹਰ ਇੱਕ ਦਾ ਹੈ। ਲੇਕਿਨ ਸਿੱਧੂ ਨੇ ਕਦੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਹਮੇਸ਼ਾ ਅਨਮੈਨ ਸ਼ੋ ਜਿਹੜਾ ਹੈ ਉਸ 'ਚ ਬਿਲੀਵ ਕਰਦੇ ਰਹੇ। ਯਾਦ ਹੋਏਗਾ ਕਿ ਇਸ ਤੋਂ ਪਹਿਲਾਂ 4 ਟਰਮ ਜੋ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵਜੋਂ ਵੀ ਰਹੇ ਸੀ। ਉਸ ਪਾਰਟੀ ਦੇ ਵਿੱਚ ਸਿੱਧੂ ਦੇ ਕੋਈ ਬਹੁਤ ਜ਼ਿਆਦਾ ਦੋਸਤ ਨਹੀਂ ਸੀਗੇ। ਉਹਨਾਂ ਨੂੰ ਪਾਰਟੀ ਲੀਡਰਸ਼ਿਪ ਟਿਕਟ ਦੇ ਦਿੰਦੀ ਸੀ, ਪੰਜਾਬ ਤੋਂ ਇੱਕ ਸਿੱਖ ਫੇਸ ਦੀ ਲੋੜ ਸੀ। ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਦੋਸਤ ਨਹੀਂ ਬਣਾਇਆ, ਜਿਵੇਂ ਤੁਸੀਂ ਪਹਿਲਾਂ ਕਰਕੇ ਦੱਸ ਕੇ ਹਟੇ ਹੋ ਕਿ ਪੰਜਾਬ ਕਾਂਗਰਸ ਦੇ ਵਿੱਚ ਦੋਸਤ ਨਹੀਂ ਬਣਾਇਆ, ਤਾਂ ਉਦੋਂ ਇਹਨਾਂ ਨੇ ਪੰਜਾਬ ਬੀਜੇਪੀ 'ਚ ਵੀ ਕੋਈ ਦੋਸਤ ਨਹੀਂ ਬਣਾਇਆ। ਪੁਆਇੰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਧੂ ਸਿਆਸਤ ਨੂੰ ਸਿਆਸਤ ਵਾਂਗ ਬਿਲਕੁਲ ਨਹੀਂ ਕਰ ਰਹੇ। ਸਿੱਧੂ ਜਿਹੜੇ ਹੈ ਆਪਣੇ ਆਪ ਨੂੰ ਇੱਕ ਸਮਝਦੇ ਆ ਕਿ ਉਹ ਇੱਕ ਪਬਲਿਕ ਫਿਗਰ ਹੈਗੇ ਆ, ਇੱਕ ਜਿਹੜੀ ਉਹ ਐਕਸ ਕ੍ਰਿਕਟਰ ਹੈਗੇ ਆ ਔਰ ਟੀਵੀ ਚੈਨਲ ਦੇ ਲੀਡਰ ਹੈਗੇ, ਕਮੇਡੀਅਨ ਹੈਗੇ, ਉਸ ਕਰਕੇ ਲੋਕ ਉਹਨਾਂ ਨੂੰ ਬਹੁਤ ਜਾਣਦੇ ਆ ਤੇ ਉਸ ਕਰਕੇ ਉਹਨਾਂ ਨੂੰ ਰਾਜਨੀਤੀ 'ਚ ਵੀ ਉਹਨਾਂ ਦਾ ਸਮਰਥਨ ਮਿਲ ਜਾਏਗਾ। ਉਹ ਬੜਾ ਮੁਸ਼ਕਲ ਹੈ। ਠੀਕ ਹੈ ਕਿ ਆਪਣੀ ਚੋਣ ਸ਼ਾਇਦ ਉਹ ਜਿੱਤ ਜਾਣ, ਉਹ ਵੀ ਬੜਾ ਮੁਸ਼ਕਲ ਹੋ ਰਿਹਾ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਮਜੀਠਾ ਦੇ ਵਿੱਚ ਜਿਹੜੇ ਹੈ ਅਕਾਲੀ ਜਿਹੜੇ ਐਮਸੀਜ਼ ਜਿਹੜੇ ਜਿੱਤੇ ਨੇ ਜ਼ਿਆਦਾ, ਉਹ ਵੀ ਬਹੁਤ ਸਾਰਾ ਇਸ ਤਰ੍ਹਾਂ ਦਾ ਚਰਚਾ ਹੋ ਰਿਹਾ ਕਿ ਜਾਣਬੁੱਝ ਕੇ ਉਹ ਕੀਤਾ ਗਿਆ ਤਾਂ ਕਿ ਸਿੱਧੂ ਨੂੰ ਨੀਵਾਂ ਦਿਖਾਇਆ ਜਾ ਸਕੇ। ਹੋ ਸਕਦਾ ਇਹਦੇ ਵਿੱਚ ਕੋਈ ਸੱਚਾਈ ਵੀ ਹੋਵੇ ਤੇ ਹੋ ਸਕਦਾ ਉਹ ਆਪਣੀ ਸੀਟ ਬਚਾਉਣ 'ਚ ਵੀ ਕਾਮਯਾਬ ਨਾ ਰਹਿਣ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਕਿਉਂਕਿ ਉਹ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਵਿਚਰਦੇ, ਨਾ ਹੀ ਪਾਰਟੀ 'ਚ ਉਸ ਤਰ੍ਹਾਂ ਵਿਚਰਦੇ ਆ, ਨਾ ਲੋਕਾਂ ਦੇ ਵਿੱਚ ਉਸ ਤਰ੍ਹਾਂ ਵਿਚਰਦੇ ਜਿਸ ਤਰ੍ਹਾਂ ਇੱਕ ਜਿਹੜੇ ਹੈ ਚੰਗੇ ਸਿਆਸਤਦਾਨ ਨੂੰ ਵਿਚਰਨਾ ਚਾਹੀਦਾ ਹੈ। ਸਭ ਤੋਂ ਬੜਾ ਜਿਹੜੇ ਹੈਰਾਨੀ ਔਰ ਅਸੰਤੋਸ਼ ਹੈ ਮੈਨੂੰ ਉਹਨਾਂ ਦੀ ਸਿਆਸਤ ਦੇ ਪ੍ਰਤੀ ਇੱਕ ਐਨਾਲਿਸਟ ਹੋਣ ਦੇ ਨਾਤੇ, ਉਹ ਇਸੇ ਕਰਕੇ ਹੈ। ਤਾਂ ਜੀ ਦਿੱਖ ਆਪਣੀ ਇਹ ਜਿਹੀ ਹੋਣੀ ਚਾਹੀਦੀ ਹੈ ਇੱਕ ਲੀਡਰ ਦੀ ਕਿ ਉਹ ਸੌਖੇ ਤਰੀਕੇ ਦੇ ਨਾਲ ਲੋਕਾਂ ਦੀ ਪਹੁੰਚ ਦੇ ਵਿੱਚ ਹੋਣ। ਸਿੱਧੂ ਤਾਂ ਲੱਭਦੇ ਨਹੀਂ, ਪੱਤਰਕਾਰਾਂ ਨੂੰ ਵੀ ਨਹੀਂ ਲੱਭਦੇ ਸਿੱਧੂ ਤਾਂ। ਹਾਂ ਬਿਲਕੁਲ ਇਹ ਗੱਲ ਇਸੇ ਤਰੀਕੇ ਨਾਲ ਹੈ। ਇਸੇ ਚੀਜ਼ ਦਾ ਉਹਨਾਂ ਨੂੰ ਜਿਹੜਾ ਹੈ ਸਿਆਸਤ ਦੇ ਵਿੱਚ ਲਗਾਤਾਰ ਨੁਕਸਾਨ ਪਹਿਲਾਂ ਵੀ ਹੋਇਆ, ਹੁਣ ਵੀ ਹੋ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਇਸ ਮਾਈਂਡ ਸੈਟ ਤੋਂ ਬਾਹਰ ਆਉਣਗੇ। ਤੇ ਇਸ ਕਰਕੇ ਇਹ ਵੀ ਸੁਭਾਵਿਕ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਕਾਫੀ ਲੋਕ ਉਹਨੂੰ ਕਹਿੰਦੇ ਸੀ ਕਿ ਤੂੰ ਸਾਡੇ ਵੱਲ ਆ ਜਾ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਪਹਿਲਾਂ ਟਕਸਾਲੀ ਆਗੂ ਵੀ ਕਹਿੰਦੇ ਰਹੇ ਨੇ ਕਿ ਅਸੀਂ ਤੈਨੂੰ ਅੱਗੇ ਲਾ ਕੇ ਚੱਲਾਂਗੇ, ਤੂੰ ਸਾਡੇ ਨਾਲ ਆ ਜਾ। ਤੇ ਬੀਜੇਪੀ ਦੇ ਵਿੱਚ ਵੀ ਪਹਿਲਾਂ ਜਾਣ ਦੀਆਂ ਗੱਲਾਂ ਹੋਈਆਂ ਸੀਗੀਆਂ ਜਦੋਂ ਖੇਤੀ ਕਾਨੂੰਨਾਂ ਤੋਂ ਪਹਿਲਾਂ। ਚਲੋ ਹੁਣ ਤਾਂ ਹਾਲਾਤ ਹੀ ਬੀਜੇਪੀ ਦੇ ਇਹੋ ਜਿਹੇ ਬਣ ਗਏ ਆ ਕਿ ਹੁਣ ਸਿੱਧੂ ਬੀਜੇਪੀ 'ਚ ਨਹੀਂ ਜਾਣਾ ਚਾਹੁੰਣਗੇ। ਤਾਂ ਜਿਵੇਂ ਵੱਖ-ਵੱਖ ਪਾਰਟੀਆਂ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੀਆਂ ਨੇ, ਬਹੁਤ ਸਾਰੇ ਸਟਾਰ, ਫਿਲਮੀ ਸਟਾਰ, ਚਾਹੇ ਯੋਗਰਾਜ ਸਿੰਘ ਹੋਣ ਜਾਂ ਕੁਝ ਹੋਰ ਹੋਣ, ਤੇ ਬਹੁਤ ਸਾਰੇ ਲੋਕ ਤਾਂ ਇਹ ਵੀ ਦਾਅਵਤ ਦੇ ਚੁੱਕੇ ਨੇ ਕਿ ਆਪਾਂ ਪਾਰਟੀ ਅਲੱਗ ਬਣਾ ਲਈਏ। ਕੀ ਹੋ ਸਕਦਾ ਹੈ ਕਿ ਸਿੱਧੂ ਕਾਂਗਰਸ ਛੱਡਣ ਦਾ ਮਨ ਬਣਾ ਲੈਣ ਕਿਸੇ ਤਰੀਕੇ ਦੇ ਨਾਲ, ਜੇਕਰ ਉਹਨਾਂ ਦੀਆਂ ਇੱਛਾਵਾਂ ਨਾ ਪੂਰੀਆਂ ਹੁੰਦੀਆਂ ਦੇਖਣ ਤਾਂ, ਜਿਸ ਤਰੀਕੇ ਦੇ ਨਾਲ ਉਹਨਾਂ ਖੁੱਡੇ ਲੈਣ ਲਾਇਆ ਜਾ ਰਿਹਾ ਹੈ? ਕਿ ਹੋ ਸਕਦਾ ਹੈ ਕਿ ਸਿੱਧੂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸਭ ਕੁਝ ਦੇਖਦਿਆਂ ਕੋਈ ਵਿਚਾਰ ਆ ਜਾਵੇ ਕਿ ਯਾਰ ਮੈਂ ਕਿਸੇ ਹੋਰ ਪਾਰਟੀ 'ਚ ਜਾਂਦਾ ਠੀਕ ਆ, ਜਾਂ ਫਿਰ ਆਪਣੀ ਵੀ ਬਣਾ ਦਈਏ? ਸੁਖਵਿੰਦਰ, ਜਿਸ ਤਰ੍ਹਾਂ ਦੀ ਤਰਜ਼ ਦੀ ਉਹ ਰਾਜਨੀਤੀ ਕਰਦੇ ਆ, ਉਹ ਕਿਸੇ ਵੀ ਪਾਰਟੀ ਚਲੇ ਜਾਣ, ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣ, ਕਿਤੇ ਵੀ ਚਲੇ ਜਾਣ, ਉਹਨਾਂ ਨੂੰ ਮੁਸ਼ਕਲਾਂ ਆਉਣਗੀਆਂ। ਕਿਉਂਕਿ ਪੋਲਿਟਿਕਸ ਜਿਹੜਾ ਹੈ ਉਹ ਸਾਡੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਆਪਣਾ ਮਜ਼ਬੂਤ ਧੜੇ ਦੇ ਸਹਾਰੇ ਹੀ ਪੋਲਿਟਿਕਸ ਹੁੰਦੀ ਹੈ। ਸੋ ਸਿੱਧੂ ਕਦੇ ਵੀ ਧੜਾ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦੇ ਵਿੱਚ ਕੈਪੇਬਿਲਿਟੀ ਉਹਨਾਂ ਨੇ ਕਦੀ ਦਿਖਾਈ ਨਹੀਂ। ਸੰਗਠਨਾਤਮਕ ਯੋਗਤਾ, ਆਰਗੇਨਾਈਜੇਸ਼ਨਲ ਸਕਿੱਲਸ ਜਿਹੜੇ ਹੈ ਅੱਜ ਤੱਕ ਮੈਨੂੰ ਉਹਨਾਂ ਦੇ ਵਿੱਚ ਨਹੀਂ ਨਜ਼ਰ ਆਏ। ਤੇ ਜੇ ਨਵੀਂ ਪਾਰਟੀ ਬਣਾਉਣੀ ਹੈ ਤਾਂ ਜ਼ਾਹਿਰ ਹੈ ਬੜੇ ਜ਼ਬਰਦਸਤ ਆਰਗੇਨਾਈਜੇਸ਼ਨਲ ਸਕਿੱਲ ਚਾਹੀਦੇ ਹੈ। ਪਾਰਟੀ ਨਵੀਂ ਖੜੀ ਕਰਨੀ ਸਾਲ ਦੇ ਵਿੱਚ ਔਰ ਲੋਕਾਂ ਤੱਕ ਪਹੁੰਚਣਾ, ਪਾਰਟੀ ਰਜਿਸਟਰ ਕਰਾਉਣਾ ਬੜਾ ਵੱਡਾ ਕੰਮ ਹੁੰਦਾ ਹੈ, ਫਾਈਨੈਂਸ ਮੈਨੇਜ ਕਰਨਾ। ਤੇ ਸਿੱਧੂ ਨੇ ਤੇ ਕਦੀ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਯੋਗਤਾ ਨਹੀਂ ਦਿਖਾਈ। ਹਾਂ ਠੀਕ ਹੈ, ਕੁਝ ਲੋਕ ਉਹਨਾਂ ਨੂੰ ਓਵਰ ਐਸਟੀਮੇਟ ਕਰਦੇ ਆ ਕਿ ਸਿੱਧੂ ਪਤਾ ਨਹੀਂ ਕਿੰਨੇ ਕੁ ਹਰਮਨ ਪਿਆਰੇ ਆ ਤੇ ਕਿੰਨੇ ਕੁ ਲੋਕ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਇਲੈਕਟੋਰਲ ਸਪੋਰਟ ਦੇ ਦੇਣਗੇ। ਕਿਉਂਕਿ ਮੈਂ ਜਿਸ ਬਾਰ-ਬਾਰ ਕਹਿ ਰਿਹਾ ਕਿ ਪਿਛਲੇ ਤਕਰੀਬਨ 2 ਸਾਲ ਤੋਂ ਕਰਤਾਰਪੁਰ ਕੋਰੀਡੋਰ ਦੇ ਖੁੱਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੋਕਲ ਮੰਤਰੀ ਦੇ ਤੌਰ ਤੇ ਉਹਨਾਂ ਨੇ ਪ੍ਰੋਟੈਸਟ ਦੇ ਵਿੱਚੋਂ ਜਿਹੜਾ ਅਸਤੀਫਾ ਵੀ ਦੇ ਦਿੱਤਾ ਸੀਗਾ, ਉਸ ਤੋਂ ਬਾਅਦ ਉਹ ਲਗਾਤਾਰ ਖਾਮੋਸ਼ ਨੇ। ਇੰਨੀਆਂ ਘਟਨਾਵਾਂ ਉਹਨਾਂ ਦੀ ਆਪਣੀ ਕਨਸਟੀਟੂਐਂਸੀ ਦੇ ਵਿੱਚ ਵਾਪਰ ਗਈਆਂ। ਜਿਹੜਾ ਹੈ ਗੈਰ ਕਾਨੂੰਨੀ ਸ਼ਰਾਬ ਦਾ ਕਾਂਡ ਖਾਸ ਤੌਰ ਤੇ ਉਸੇ ਇਲਾਕੇ 'ਚ ਹੋਇਆ ਸੀ। ਫਿਰ ਇਸ ਤਰ੍ਹਾਂ ਉਹ ਜਿਹੜਾ ਇੱਕ ਬੜਾ ਬਦਕਿਸਮਤ ਰੇਲਵੇ ਹਾਦਸਾ ਹੋਇਆ ਜਿਹਦੇ ਕਾਫੀ ਰੇਲ ਗੱਡੀ 'ਚ ਕੱਟ ਕੇ ਮਰ ਗਏ ਤੇ ਹੋਰ ਬੜਾ ਕੁਝ ਉੱਥੇ ਹੁੰਦਾ ਰਿਹਾ, ਨੁਕਸਾਨ ਲੋਕਾਂ ਦੇ ਹੋਏ। ਲੇਕਿਨ ਸਿੱਧੂ ਤਰੀਕੇ ਨਾਲ ਮੈਦਾਨ ਦੇ ਵਿੱਚ ਨਿਕਲ ਕੇ ਲੋਕਾਂ ਦੇ ਨਾਲ ਖੜੇ ਦਿਖਾਈ ਹੀ ਨਹੀਂ ਦਿੱਤੇ ਤੇ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਉਹ ਉਹਨੇ ਪਪੂਲਰ ਹੁਣ ਰਹਿ ਗਏ ਹੈ ਜਿਸ ਤਰ੍ਹਾਂ ਕੁਝ ਲੋਕ ਚਾਹਤੇ ਹੁਣ ਕਿ ਸਿੱਧੂ ਪਪੂਲਰ ਹੈ ਤੇ ਪਤਾ ਨਹੀਂ ਜੇ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਤਾ ਜਾਵੇ ਤੇ ਉਹ ਕਿੰਨੀ ਜਿਹੜੀ ਆ ਉਹਨਾਂ ਦੀ ਅਪੀਲ ਹੋ ਜਾਏਗੀ। ਮੈਂ ਇਸ ਨਾਲ ਬਹੁਤ ਜ਼ਿਆਦਾ ਸਹਿਮਤ ਨਹੀਂ ਹੈਗਾ। ਸੋ ਇਸ ਕਰਕੇ ਸਿੱਧੂ ਜਿਹੜੇ ਹੈ ਉਹ ਮੇਰਾ ਖਿਆਲ ਹੈ ਕਿ ਹਿਸ ਫਿਊਚਰ ਇਜ਼ ਆਲਮੋਸਟ ਲੌਸਟ। ਸਮੀਕਰਨ ਤਾਂ ਭੁੱਗਲ ਸਾਹਿਬ ਕਿਸਾਨ ਅੰਦੋਲਨ ਨੇ ਕਿਸੇ ਵੀ ਲੀਡਰ ਆ, ਚਾਹੇ ਕੋਈ ਵੀ ਲੀਡਰ ਆ, ਹਰੇਕ ਲੀਡਰ ਵਾਸਤੇ, ਹਰੇਕ ਪਾਰਟੀ ਵਾਸਤੇ, ਚਾਹੇ ਉਹ ਸੱਤਾ ਚਾਹੇ ਸੱਤਾ ਤੋਂ ਬਾਹਰ ਦੀ ਹੈ, ਚਾਹੇ ਜਿੰਨਾ ਵੀ ਮਰਜ਼ੀ ਇਮਾਨਦਾਰ ਲੀਡਰ ਹੈ, ਕਿਸਾਨ ਅੰਦੋਲਨ ਨੇ ਸਮੀਕਰਨ ਹਰੇਕ ਵਾਸਤੇ ਚੇਂਜ ਕਰਤੇ।
ਨਹੀਂ ਉਹ ਕੀਤੇ ਹੈ, ਨੋ ਡਾਊਟ, ਲੇਕਿਨ ਨਹੀਂ, ਮੇਰੇ ਕਹਿਣ ਦਾ ਮਤਲਬ ਉਹੀ ਹੈ ਕਿ ਕੁਝ ਲੋਕ, ਕਈਆਂ ਦੇ ਮਨਾਂ ਦੇ ਵਿੱਚ ਭੁਲੇਖਾ ਸੀ ਕਿ ਅਸੀਂ ਹੋ ਸਕਦਾ ਅਸੀਂ ਇਕੱਲੇ ਹੀ ਬਹੁਤ ਤਕੜੇ ਆ, ਸਾਡੇ ਕਰਕੇ ਸਰਕਾਰਾਂ ਬਣਨ, ਜਾਂ ਹੋ ਸਕਦਾ ਕਈ ਪਾਰਟੀਆਂ ਨੂੰ ਇਹ ਵੀ ਸੀਗੀ ਕਿ ਅਸੀਂ ਅਗਲੀ ਵਾਰ ਅਸੀਂ ਸੱਤਾ 'ਚ ਆ ਜਾਵਾਂਗੇ। ਪਰ ਕਿਸਾਨ ਅੰਦੋਲਨ ਨੇ ਕਾਫੀ ਸਸਪੈਂਸ ਪੈਦਾ ਕਰਤਾ, ਕਾਫੀ ਜ਼ਿਆਦਾ ਸਮੀਕਰਨ ਚੇਂਜ ਕਰਤੇ। ਹੁਣ ਤਸਵੀਰ ਧੁੰਦਲੀ ਹੈ ਕਿ ਪੰਜਾਬ ਦੀ ਸਿਆਸਤ ਕਿਸ ਤਰੀਕੇ ਨਾਲ ਹੈ। ਨਹੀਂ ਬਿਲਕੁਲ, ਇਸ ਅੰਦੋਲਨ ਨੇ ਤਾਂ ਇੱਕ ਬੜਾ ਹੀ ਅਨਪ੍ਰੈਸੀਡੈਂਟਡ, ਜਿਸ ਦਾ ਪਹਿਲਾਂ ਕੋਈ ਤਖਮੀਨਾ ਹੀ ਨਹੀਂ ਲਾਇਆ ਜਾ ਸਕਦਾ ਸੀ, ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੀ ਰਾਜਨੀਤੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਦੇਣਗੇ ਇਹ। ਸੋ ਉਸ ਦਾ ਪ੍ਰਭਾਵ ਤਾਂ ਹੈ ਹੀ ਹੈ। ਸੋ ਮੈਂ ਤਾਂ, ਜਦੋਂ ਆਪਾਂ ਫਿਰ ਸਿੱਧੂ ਤੇ ਗੱਲ ਜਾਂਦੇ ਹਾਂ, ਤਾਂ ਮੈਂ ਫਿਰ ਇਹ ਗੱਲ ਕਹਿਣਾ ਕਿ ਇਸ ਹਾਲਾਤ ਦਾ ਫਾਇਦਾ ਵੀ ਸਿੱਧੂ ਨੇ ਨਹੀਂ ਉਠਾਇਆ। ਮਤਲਬ ਫੋਰ ਐਗਜ਼ਾਮਪਲ, ਬਹੁਤ ਸਾਰੇ ਜਿਹੜੇ ਰਾਜਨੀਤਿਕ ਨੇਤਾ ਹੈਗੇ ਆ, ਉਹ ਕਿਸਾਨਾਂ ਦੇ ਵਿੱਚ ਜਾ ਕੇ ਘੁਲੇ ਮਿਲੇ ਆ, ਉਹਨਾਂ ਨੂੰ ਜਾ ਕੇ ਮਿਲੇ ਆ। ਸਰਦਾਰ ਪ੍ਰਤਾਪ ਸਿੰਘ ਬਾਜਵਾ ਟਿਕਰੀ ਬੈਰੀਅਰ ਤੇ ਗਏ, ਉਹ ਸਾਰਾ ਕੁਝ ਹੋਇਆ, ਅਸੀਂ ਦੇਖਦੇ ਹਾਂ। ਲੇਕਿਨ ਨਵਜੋਤ ਸਿੰਘ ਸਿੱਧੂ ਤੇ ਕਿਤੇ ਵੀ ਨਜ਼ਰ ਨਹੀਂ ਆਏ। ਉਹ ਵੀ ਜਾ ਸਕਦੇ ਸੀ, ਹਾਲਾਂਕਿ ਜਾਂਦੇ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਅੰਦਾਜ਼ ਆ, ਉਹਨਾਂ ਨੂੰ ਸ਼ਾਇਦ ਬਹੁਤ ਜ਼ਿਆਦਾ ਸਪੋਰਟ ਮਿਲਦੀ, ਪੋਲੀਟੀਕਲ ਫਿਊਚਰ ਹੈ ਉਹਦਾ ਕੋਈ ਜਿਹੜੀ ਇਮੇਜ ਜਿਹੜਾ ਉਹ ਨਜ਼ਰ ਆਉਣ ਲੱਗ ਜਾਂਦਾ। ਲੇਕਿਨ ਉਹਨਾਂ ਨੇ ਇਸ ਮੌਕੇ ਦਾ ਵੀ ਫਾਇਦਾ ਨਹੀਂ ਉਠਾਇਆ। ਸੋ ਉਹਨਾਂ ਦੀ ਜਿਹੜੀ ਪੋਲੀਟੀਕਲ ਫਿਊਚਰ ਮੈਂ ਤਾਂ ਕੁਝ ਨਹੀਂ ਦੇਖਦਾ। ਜ਼ਿਆਦਾ ਤੋਂ ਜ਼ਿਆਦਾ ਉਹ ਆਪਣਾ ਇਲੈਕਸ਼ਨ ਲੜਨਗੇ ਤੇ ਜੇ ਜਿੱਤ ਪਾਏ ਤਾਂ ਐਮਐਲਏ ਦੇ ਤੌਰ ਦੇ ਉੱਤੇ ਵਿਧਾਨ ਸਭਾ 'ਚ ਬੈਠ ਜਾਣਗੇ, ਤੇ ਜ਼ਿਆਦਾ ਤੋਂ ਜ਼ਿਆਦਾ ਜੇ ਜ਼ਿਆਦਾ ਕੇਂਦਰ ਦਾ ਪ੍ਰੈਸ਼ਰ ਪਿਆ, ਕੇਂਦਰੀ ਲੀਡਰਸ਼ਿਪ ਕਾਂਗਰਸ ਦਾ, ਤੇ ਉਹਨਾਂ ਨੂੰ ਮੰਤਰੀ ਪਦ ਦਾ ਜਿਹੜਾ ਹੈ ਕੋਈ ਦੇ ਦਿੱਤਾ ਜਾਏਗਾ ਅਗਲੇ ਮੁੱਖ ਮੰਤਰੀ ਜੇ ਕੈਪਟਨ ਅਮਰਿੰਦਰ ਸਿੰਘ। ਉਹ ਵੀ ਫਿਰ ਇਸ ਲਈ ਭੁੱਗੜ ਸਾਹਿਬ ਆਪਾਂ ਮੰਨ ਸਕਦੇ ਹਾਂ ਕਿ ਸਿੱਧੂ ਨੂੰ ਸਿਰਫ ਟਿਕਾਉਣ ਦੇ ਲਈ, ਜਾਂ ਇਹ ਟਿਕਾਉਣ ਦੇ ਲਈ ਹੀ, ਪਾਰਟੀ ਦੇ ਵਿੱਚ ਟਿਕਾਉਣ ਦੇ ਲਈ ਸਿੱਧੂ ਨੂੰ ਉਹਦਾ ਕੋਈ ਦਿੱਤਾ ਜਾ ਸਕਦਾ। ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ ਹੈ, ਜਿਸ ਤਰੀਕੇ ਨਾਲ ਸਿੱਧੂ ਨਾਲ ਵਿਵਹਾਰ ਹੋ ਰਿਹਾ ਹੈ, ਤਾਂ ਫਿਰ ਉਹਨਾਂ ਦੀ ਇੱਜ਼ਤ ਵਾਸਤੇ ਜਾਂ ਮਾਣ ਸਤਿਕਾਰ ਦੇ ਵਾਸਤੇ, ਜਾਂ ਫਿਰ ਉਹਨਾਂ ਦੇ ਪੋਲੀਟੀਕਲ ਕੈਰੀਅਰ ਨੂੰ ਦੇਖਦੇ ਆ, ਜਾਂ ਲੋਕਾਂ ਦੇ ਵਿੱਚ ਉਹਦੀ ਚਾਹਤ ਨੂੰ ਦੇਖਦੇ ਆ, ਤਾਂ ਉਹਦਾ ਨਹੀਂ ਦਿੱਤਾ ਜਾਊਗਾ। ਸਿਰਫ ਫਿਰ ਇਹਦਾ ਜੇ ਮਤਲਬ ਜੇ ਉਹਦਾ ਦਿੱਤਾ ਵੀ ਜਾਂਦਾ ਛੋਟਾ ਮੋਟਾ ਮੰਤਰੀ ਦਾ, ਤਾਂ ਫਿਰ ਇਹਦਾ ਮਤਲਬ ਇਹੀ ਹੈ ਕਿ ਸਿਰਫ ਉਹਨੂੰ ਟਿਕਾਉਣ ਦੇ ਲਈ, ਉਹਨੂੰ ਵਰਾਉਣ ਦੇ ਲਈ ਹੈ। ਹਾਂ, ਉਸ ਨੂੰ ਟਿਕਾਉਣ ਦੇ ਲਈ, ਔਰ ਉਹ ਵੀ ਇਸ ਕਰਕੇ ਹੈ ਕਿਉਂਕਿ ਉਹ ਜਿਹੜੀ ਕਾਂਗਰਸ ਦੀ ਜਿਹੜੀ ਫਸਟ ਫੈਮਿਲੀ ਹੈ, ਸੋਨੀਆ ਗਾਂਧੀ ਔਰ ਉਹਨਾਂ ਦੀ ਬੇਟੀ ਪ੍ਰਿਯੰਕਾ ਔਰ ਰਾਹੁਲ, ਉਹਨਾਂ ਦੇ ਤਿੰਨਾਂ ਦੇ ਉਹ ਬਹੁਤ ਨਜ਼ਦੀਕ ਹੈ। ਔਰ ਉਹ ਕੇਂਦਰੀ ਜਦੋਂ ਇਲੈਕਸ਼ਨ ਹੁੰਦੇ ਆ ਤਾਂ ਉਹ ਪ੍ਰਚਾਰ ਕਮੇਟੀ 'ਚ ਵੀ ਜਾਂਦੇ, ਦੂਸਰੀਆਂ ਸਟੇਟਸ ਦੇ ਵਿੱਚ ਵੀ ਜਾਂਦੇ, ਕਿ ਉਹਨਾਂ ਨੂੰ ਲੋਕ ਜਿਹੜਾ ਹੈ ਸੁਣਨ ਆਉਂਦੇ ਆ, ਕਿਉਂਕਿ ਉਹ ਇੱਕ ਟੈਲੀਵਿਜ਼ਨ ਪਰਸਨੈਲਿਟੀ ਹੈ, ਇੱਕ ਕਮੇਡੀਅਨ ਦੇ ਤੌਰ ਤੇ ਵੀ ਜਿਹੜਾ ਹੈ ਉਹਨਾਂ ਦਾ ਪਹਿਚਾਣ ਹੈ ਲੋਕਾਂ ਦੇ, ਕ੍ਰਿਕਟਰ ਦੇ ਤੌਰ ਤੇ ਵੀ ਪਹਿਚਾਣ ਹੈ। ਤੋ ਉਹਨਾਂ ਨੂੰ ਲੱਗਦਾ ਹੈ ਕਾਂਗਰਸ ਦੀ ਜਿਹੜੀ ਫਸਟ ਫੈਮਿਲੀ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਕੋਈ ਉਪਯੋਗਤਾ ਹੋ ਸਕਦੀ ਹੈ, ਇਸ ਕਰਕੇ ਉਹਨਾਂ ਦੇ ਮਗਰ ਖੜੇ ਹੈ। ਲੇਕਿਨ ਉਹਨਾਂ ਦੀ ਕਿਉਂਕਿ ਆਪਣੀ ਪੋਜੀਸ਼ਨ ਬੜੀ ਕਮਜ਼ੋਰ ਹੋ ਚੁੱਕੀ ਹੈ ਕਾਂਗਰਸ ਪਾਰਟੀ ਦੀ ਔਰ ਉਸ ਪਰਿਵਾਰ ਦੀ ਕਾਂਗਰਸ ਪਾਰਟੀ ਦੇ ਵਿੱਚ, ਇਸ ਕਰਕੇ ਉਹਨਾਂ ਦੇ तमाम ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਹੈ ਉਹ ਸਿੱਧੂ ਨੂੰ ਅਕਮੋਡੇਟ ਕਰਨ ਲਈ ਉਸ ਤਰੀਕੇ ਨਾਲ ਤਿਆਰ ਨਹੀਂ, ਜਿਸ ਤਰੀਕੇ ਨਾਲ ਸੋਨੀਆ ਗਾਂਧੀ ਜਾਂ ਉਹਨਾਂ ਦੇ ਜਿਹੜੇ ਬੱਚੇ ਹੈ ਉਹ ਚਾਹੁੰਦੇ ਹੈ। ਸੋ ਇਸ ਕਰਕੇ ਸਿੱਧੂ ਦਾ ਭਵਿੱਖ ਜਿਹੜਾ ਹੈ, ਸਿੱਧੂ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਸਾਰੀ ਸਿਆਸਤ ਦਾ ਦਾਰੋਮਦਾਰ ਕਾਂਗਰਸ ਦੀ ਫਸਟ ਫੈਮਿਲੀ ਤੇ ਹੈ, ਤੇ ਉਹ ਕੁਝ ਨਹੀਂ ਹੋ ਪਾ ਰਿਹਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਦੇ ਹੱਥ ਪੱਲੇ ਕੁਝ ਪਊਗਾ। ਸਿੱਧੂ ਜਿੱਥੇ ਹੈ, ਜਿਸ ਤਰ੍ਹਾਂ ਹੈ, ਪੰਜਾਬ 'ਚੋਂ ਆਵਾਜ਼ ਨਹੀਂ ਉੱਠਦੀ, ਪੰਜਾਬ ਦੇ ਲੀਡਰ, ਪੰਜਾਬ ਦੇ ਲੋਕ ਕਾਂਗਰਸ ਹਾਈਕਮਾਨ ਤੱਕ ਗੱਲਾਂ ਨਹੀਂ ਪਹੁੰਚਾਉਂਦੇ ਸਿੱਧੂ ਦੇ ਮਾਮਲੇ ਦੇ ਵਿੱਚ, ਤਾਂ ਉਹਨਾਂ ਟਾਈਮ ਮੇਰੇ ਖਿਆਲ ਆ ਵੀ ਸਿੱਧੂ ਦੀ ਕੋਈ ਪੰਜਾਬ ਦੇ ਵਿੱਚ ਦਾਲ ਗਲਣ ਵਾਲੀ ਨਹੀਂ ਗਈ। ਇਹ ਗੱਲ ਸਿੱਧੂ ਨੂੰ ਸਮਝਣੀ ਪਊਗੀ। ਕਿਹਾ ਕਿ ਕਾਂਗਰਸ ਦੇ ਵਿੱਚ ਹੋਰ ਵੀ ਲੋਕ ਨੇ ਜਿਹੜੇ ਕੈਪਟਨ ਨਾਲੋਂ ਨਾਰਾਜ਼ ਨੇ, ਜਿਹੜੇ ਕੈਪਟਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ। ਮੈਂ ਨਾਮ ਵੀ ਲਏ, ਸਰਦਾਰ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ, ਸ਼ਮਸ਼ੇਰ ਸਿੰਘ ਢਿੱਲੋਂ ਹੈਗੇ ਹੈ, ਕੁਝ ਦੂਸਰੇ ਹੋਰ ਨੇਤਾ ਵੀ ਹੈਗੇ ਨੇ, ਰਜਿੰਦਰ ਕੌਰ ਭੱਠਲ। ਸਿੱਧੂ ਨੇ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਿੱਧੂ ਉਹ ਇੱਕ ਜਿਹੜਾ ਹੈ ਬਾਗੀ ਧੜੇ ਦਾ ਲੀਡਰਸ਼ਿਪ ਦੇ ਤੌਰ ਦੇ ਉੱਤੇ ਇਮਰਜ ਕਰ ਸਕਦੇ ਸੀਗੇ ਉਹਨਾਂ ਨੂੰ ਨਾਲ ਲੈ ਕੇ, ਲੇਕਿਨ ਸਿੱਧੂ ਨੇ ਜਾਂ ਉਹਨਾਂ ਲੀਡਰਸ ਨੇ ਆਪਸ ਦੇ ਵਿੱਚ ਇਕੱਠੇ ਹੋਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਔਰ ਇਸ ਕਰਕੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਦਿੱਲੀ ਤੋਂ ਸੋਨੀਆ ਗਾਂਧੀ ਕਹਿਣਗੇ ਤੇ ਉਹਨਾਂ ਨੂੰ ਜਿਹੜਾ ਹੈ ਇੱਥੇ ਅਕੋਮੋਡੇਟ ਕਰਨਾ ਪਏਗਾ। ਲੇਕਿਨ ਸੱਚ ਤਾਂ ਇਹ ਹੈ, ਮੈਂ ਬਾਰ-ਬਾਰ ਕਹਿ ਰਿਹਾ ਕਿ ਉਹਨਾਂ ਦੀ ਜਿਹੜੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ, ਕੇਂਦਰੀ ਲੀਡਰਸ਼ਿਪ, ਉਹਦੀ ਆਪਣੀ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ, ਤੇ ਇਸ ਕਰਕੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਨੂੰ ਨਹੀਂ ਵੀ ਮੰਨਦੇ। ਅਸੀਂ ਰਾਜਸਥਾਨ 'ਚ ਦੇਖਿਆ, ਅਸ਼ੋਕ ਗਹਿਲੋਤ ਜਿਹੜਾ ਹੈ ਉੱਥੋਂ ਦੇ ਮੁੱਖ ਮੰਤਰੀ, ਕਿਸ ਤਰ੍ਹਾਂ ਸਚਿਨ ਪਾਇਲਟ ਨੇ ਜਿਹੜਾ ਹੈ ਵਿਦਰੋਹ ਕੀਤਾ, ਸਾਰਾ ਕੁਝ ਹੋਇਆ, ਲੇਕਿਨ ਅਸ਼ੋਕ ਗਹਿਲੋਤ ਮੁੱਖ ਮੰਤਰੀ ਦੇ ਤੌਰ ਤੇ ਬਣੇ ਰਹੇ। ਹੋਰ ਵੀ ਜਿੱਥੇ ਜਿਨ੍ਹਾਂ ਰਾਜਾਂ 'ਚ ਕਾਂਗਰਸ ਦੀਆਂ ਸਰਕਾਰਾਂ ਹੈਗੀਆਂ, ਉੱਥੋਂ ਦੇ ਮੁੱਖ ਮੰਤਰੀ ਕਾਫੀ ਸ਼ਕਤੀਸ਼ਾਲੀ ਹੋ ਗਏ, ਕਿਉਂਕਿ ਕਾਂਗਰਸ ਦਾ ਕੇਂਦਰ ਕਮਜ਼ੋਰ ਹੈ। ਪਹਿਲਾਂ ਕੀ ਹੁੰਦਾ ਸੀ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਹੁਤ ਪਾਵਰਫੁਲ ਹੁੰਦੀ ਸੀ, ਜਦੋਂ ਮਿਸਿਸ ਗਾਂਧੀ ਸੀ ਜਾਂ ਬਾਅਦ ਦੇ ਵਿੱਚ ਰਾਜੀਵ ਗਾਂਧੀ ਵੀ ਰਹੇ, ਤਾਂ ਉਹ ਜੋ ਕੁਝ ਚਾਹੁੰਦੇ ਸੀਗੇ ਉਹ ਰਾਜਾਂ ਦੇ ਵਿੱਚ ਹੁੰਦਾ ਸੀ। ਕਿਸੇ ਮੁੱਖ ਮੰਤਰੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਉਹ ਕੇਂਦਰੀ ਲੀਡਰਸ਼ਿਪ ਦਾ ਕਹਿਣਾ ਜਿਹੜਾ ਹੈ ਉਹ ਮੋੜ ਦੇਵੇ। ਪਰ ਸਮੇਂ ਦੇ ਨਾਲ ਕਾਂਗਰਸ ਦੀ ਹਾਲਾਤ ਜਿਹੜੇ ਹੈ ਉਹ ਬੜੇ ਖਰਾਬ ਹੋ ਚੁੱਕੇ ਹੈ, ਪਤਲੇ ਹੋ ਚੁੱਕੇ ਹੈ, ਤੇ ਹੁਣ ਜਿਹੜਾ ਹੈ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਜਿੱਥੇ ਕਿਤੇ ਵੀ ਕਾਂਗਰਸ ਦੀ ਸਰਕਾਰ ਹੈ, ਉਹਨਾਂ ਨੂੰ ਕੋਈ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ ਹੈ ਉਸ ਪਰਿਵਾਰ ਦੀ। ਸੋ ਉਸ ਤਰੀਕੇ ਨਾਲ ਚੱਲ ਰਿਹਾ, ਉਹੀ ਚੀਜ਼ ਪੰਜਾਬ ਦੇ ਵਿੱਚ ਹੋ ਰਹੀ ਹੈ, ਤੇ ਇਸੇ ਕਰਕੇ ਸਿੱਧੂ ਨੂੰ ਜਿਹੜਾ ਹੈ ਨੁਕਸਾਨ ਹੋ ਰਿਹਾ। ਉਮੀਦ ਹੈ ਕਿ ਸਿੱਧੂ ਇਹਨੂੰ ਛੇਤੀ ਸਮਝ ਜਾਣਗੇ, ਨਹੀਂ ਸਮਝਣਗੇ ਤਾਂ ਜਿੱਥੇ ਕਿਤੇ ਉਹ ਬੈਠੇ ਹੈ ਇਦਾਂ ਹੀ ਰਹਿ ਜਾਣਗੇ, ਕਿਉਂਕਿ ਜਿਸ ਵੀ ਪਾਰਟੀ 'ਚ ਜਾਣਗੇ ਉੱਥੇ ਜਾ ਕੇ
ਉਹਨਾਂ ਨੂੰ ਆਪਣੀ ਜਿਹੜੀ ਹੈ ਪੋਲੀਟੀਕਲ ਤੇ ਆਰਗੇਨਾਈਜੇਸ਼ਨਲ ਸਕਿੱਲ ਦਿਖਾਉਣੇ ਪੈਣਗੇ, ਜਿਹੜੇ ਉਹਨਾਂ ਨੇ ਕਦੇ ਵੀ ਨਹੀਂ ਦਿਖਾਏ। ਜਦੋਂ ਉਹ ਬੀਜੇਪੀ 'ਚ ਸੀ ਉਦੋਂ ਵੀ ਨਹੀਂ ਉਹਨਾਂ ਨੇ ਦਿਖਾਏ, ਤੇ ਹੁਣ ਪਿਛਲੇ 4 ਸਾਲ ਤੋਂ ਕਾਂਗਰਸ ਨੇ, ਤਾਂ ਉਦੋਂ ਵੀ ਉਹਨਾਂ ਨੇ ਜਿਹੜਾ ਹੈ ਉਸ ਤਰੀਕੇ ਨਾਲ ਪਾਰਟੀ ਦੇ ਵਿੱਚ ਆਪਣੀ ਕੋਈ ਪੈਂਠ ਨਹੀਂ ਬਣਾਈ, ਆਪਣੇ ਕੋਈ ਦੋਸਤ ਨਹੀਂ ਬਣਾਏ, ਆਪਣੇ ਕੋਈ ਘੜੇਬੰਦੀ ਨਹੀਂ ਕੀਤੀ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਹੈ ਭਵਿੱਖ ਕਾਫੀ ਧੁੰਦਲਾ ਹੈ ਆਉਣ ਵਾਲੇ ਸਮੇਂ। ਭੁੱਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡਾ ਵੀ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ PS ਭੁੱਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਖਾਸ ਮੁੱਦੇ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਉੱਪਰ, ਕਿ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਅੰਦਰ ਕਿਹੋ ਜਿਹੀ ਭੂਮਿਕਾ ਰਹਿਣ ਵਾਲੀ ਹੈ, ਕਿ ਕਾਂਗਰਸ ਪਾਰਟੀ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰਦੀ ਹੈ, ਜਾਂ ਸਿਰਫ ਇੱਕ ਵਿਖਾਵੇ ਦੇ ਤੌਰ ਤੇ ਸਿੱਧੂ ਨੂੰ ਸਿਰਫ ਕਾਂਗਰਸ ਪਾਰਟੀ ਦੇ ਵਿੱਚ ਰੱਖਣ ਵਾਸਤੇ, ਜਾਂ ਫਿਰ ਸਿੱਧੂ ਨੂੰ 2022 ਦੇ ਵਿੱਚ ਵਰਤਣ ਵਾਸਤੇ ਹੀ ਸਿੱਧੂ ਨੂੰ ਟਿਕਾ ਕੇ ਰੱਖਣ ਦੇ ਲਈ ਕੋਈ ਨਾ ਕੋਈ ਅਹੁਦਾ ਦਿੰਦੀ ਹੈ। ਤਾਂ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਭਵਿੱਖ ਨਵਜੋਤ ਸਿੰਘ ਸਿੱਧੂ ਦਾ ਕਿਹੋ ਜਿਹਾ ਰਹਿਣ ਵਾਲਾ, ਇਸ ਮੁੱਦੇ ਦੇ ਉੱਪਰ ਸਾਡੇ ਨਾਲ ਭੁੱਗਲ ਸਾਹਿਬ ਨੇ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਇਹਨਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।